ਤੁਸੀਂ ਕਦੋਂ ਆਏ ਹੋ ਕੈਨੇਡਾ ਜੀ? अप्रैल। ਅਪ੍ਰੈਲ 'ਚ ਆਏ ਹੋ। ਕੰਮ ਮਿਲ ਗਿਆ ਜੀ? नहीं, ਕੰਮ ਮਿਲਿਆ ਨਹੀਂ ਹਜੇ? ਫਿਰ ਤੁਸੀਂ ਖਰਚੇ ਕਾਫੀ ਨੇ, ਕਿਵੇਂ ਮੈਨੇਜ ਕਰ ਰਹੇ ਹੋ? GIC तो मैनेज कर रहे हैं। GIC ਤੋਂ ਮੈਨੇਜ ਕਰ ਰਹੇ ਹੋ। ਜਿਸ ਤਰ੍ਹਾਂ ਹੁਣ ਪੰਜਾਬ ਦੇ ਵਿੱਚ ਵੀ ਸਾਡੀਆਂ ਛੋਟੀਆਂ ਭੈਣਾਂ ਜਿਹੜੀਆਂ ਆਉਣ ਵਾਲੀਆਂ ਨੇ, ਹੈ ਨਾ, ਇੱਕ ਡਰ ਜਿਹਾ ਬੈਠਿਆ ਹੋਇਆ ਕਿ ਕੁੜੀਆਂ ਨੂੰ ਆਈਲੈਟਸ ਕਰਾ ਕੇ ਹਲੇ ਨਾ ਭੇਜੋ, ਮਾਹੌਲ ਥੋੜ੍ਹਾ ਜਿਹਾ ਇੱਦਾਂ। ਤੁਸੀਂ ਕੀ ਕਹਿਣਾ ਚਾਹੋਗੇ? ਨਹੀਂ ਇੱਦਾਂ ਦਾ ਕੁਝ ਨਹੀਂ, ਟਾਈਮ ਨਾਲ ਐਡਜਸਟ ਹੋ ਜਾਂਦਾ, ਬਿਕਾਜ਼ ਟਾਈਮ ਲੱਗਦਾ ਹੈ ਹਰ ਇੱਕ ਜਗ੍ਹਾ ਐਡਜਸਟ ਹੋਣ ਨੂੰ। ਆਪਾਂ ਨੂੰ ਇੰਡੀਆ 'ਚ ਵੀ ਟਾਈਮ ਲੱਗਦਾ ਐਡਜਸਟ ਹੋਣ ਨੂੰ, ਅਤੇ ਕੈਨੇਡਾ 'ਚ ਵੀ ਆ ਕੇ ਐਡਜਸਟ ਹੋਣਾ ਪੈਂਦਾ। ਪਰ ਤੁਸੀਂ ਬਿਲਕੁਲ ਸੇਫ ਮਹਿਸੂਸ ਕਰਦੇ ਹੋ? ਕਿਉਂਕਿ 99% ਕੁੜੀਆਂ ਤਾਂ ਬਹੁਤ ਮਿਹਨਤੀ ਨੇ ਜੀ, ਡਬਲ ਸ਼ਿਫਟਾਂ ਕਰਦੀਆਂ ਨੇ, ਕੰਮ ਕਰਦੀਆਂ ਨੇ, ਘਰਦਿਆਂ ਦੀ, ਮਾਂ-ਬਾਪ ਦੀ ਵੀ ਮਦਦ ਕਰਦੀਆਂ ਨੇ, ਆਪਣੀਆਂ ਫੀਸਾਂ ਵੀ ਕੱਢਦੀਆਂ ਨੇ। ਸੋ ਇੱਥੋਂ ਦਾ ਮਾਹੌਲ ਤੁਹਾਨੂੰ ਕੀ, ਗਰਾਊਂਡ ਰਿਐਲਿਟੀ ਕੀ ਹੈ? ਨਹੀਂ ਸੇਫ ਹੈ, ਇੱਦਾਂ ਦੀ ਕੋਈ ਗੱਲ ਨਹੀਂ। ਮੈਂ ਮੇਰੀ ਸਿਸਟਰਸ ਨਾਲ ਰਹਿੰਦੀ ਹਾਂ ਅਤੇ ਮੈਨੂੰ ਇੱਦਾਂ ਦਾ ਕਦੇ ਫੀਲ ਨਹੀਂ ਹੋਇਆ ਲਾਈਕ ਹੋਮ ਸਿਕਨੈਸ ਜਾਂ ਕੁਝ ਵੀ। ਵਧੀਆ ਹੈ। ਹਾਂਜੀ। ਜਿਵੇਂ ਰਾਤ ਬਰਾਤੇ ਵੀ ਅਸੀਂ ਕੰਮ ਕਰਕੇ ਆਉਂਦੇ ਹਾਂ, ਸ਼ਿਫਟ ਲਾ ਕੇ ਆਉਂਦੇ ਹਾਂ, ਸੋ ਸੇਫ ਫੀਲ ਕਰਦੇ ਹੋ? ਹਾਂਜੀ, ਇੱਦਾਂ ਜਿਹੜੇ ਏਰੀਆ 'ਚ ਅਸੀਂ ਇੱਥੇ ਰਹਿੰਦੇ ਹਾਂ, ਇੱਥੇ ਮੋਸਟਲੀ ਲੋਕ ਹੁੰਦੇ ਨੇ ਅਤੇ ਇੱਦਾਂ ਕਦੀ ਫੀਲ ਨਹੀਂ ਹੁੰਦਾ, ਡਰ ਨਹੀਂ ਲੱਗਦਾ, ਸੇਫ ਫੀਲ ਕਰਦੇ ਹਾਂ। ਅਤੇ ਜਿਹੜੇ ਆਪਣੇ ਪਹਿਲਾਂ ਦੇ ਆਏ ਹੋਏ ਪਰਿਵਾਰ ਨੇ, ਉਹ ਮਦਦ ਕਰਦੇ ਆ ਜੀ? ਫਿਲਹਾਲ ਮੇਰੀ ਇੱਦਾਂ ਕੋਈ ਗੱਲ ਨਹੀਂ ਹੋਈ, ਬਟ ਜਿਹੜੇ ਸਾਡੇ ਓਨਰ ਨੇ ਉਹ ਬਹੁਤ ਜ਼ਿਆਦਾ ਸਪੋਰਟਿਵ ਨੇ, ਜਾਂ ਉਹ ਹੈਲਪ। ਸੋ ਜਿਹੜੇ ਛੋਟੇ ਭੈਣ ਭਰਾ ਸਾਡੇ ਆਉਣਾ ਚਾਹੁੰਦੇ ਆ, ਉਹਨਾਂ ਨੂੰ ਕੋਈ ਤੁਸੀਂ ਸੁਜੈਸ਼ਨ ਦੇਣਾ ਚਾਹੋ? ਉਹਨਾਂ ਲਾਈਕ ਹਰ ਇੱਕ ਪਰਸਨ ਦੀ ਆਪਣੀ ਮੈਂਟੈਲਿਟੀ ਹੁੰਦੀ ਹੈ। ਜਿਹੜੇ ਆਉਣਾ ਚਾਹੁੰਦੇ ਨੇ ਉਹ ਪਹਿਲਾਂ ਹੀ ਆਪਣਾ ਫਾਈਨੈਂਸ਼ੀਅਲ ਬੈਕਅਪ ਲੈ ਕੇ ਆਉਣ। ਲਾਈਕ 5-6 ਮਹੀਨੇ ਕੰਮ ਦਾ ਔਖਾ ਲੱਗਦਾ ਹੈ, ਦੈਨ ਹੌਲੀ ਹੌਲੀ ਬੰਦੇ ਦੇ ਪੈਰ ਜੰਮ ਜਾਣ। ਹਾਂਜੀ, ਕੋਈ ਨਾ ਕੋਈ ਸਕਿੱਲ ਸਿੱਖ ਕੇ ਆਉਣ, ਹੈ ਨਾ? ਹਾਂਜੀ, ਸਕਿੱਲ ਸਿੱਖਣੀ ਚਾਹੀਦੀ। ਥੈਂਕ ਯੂ ਸੋ ਮਚ ਜੀ। ਥੈਂਕ ਯੂ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜਿਸ ਤਰ੍ਹਾਂ ਪੰਜਾਬ ਦੇ ਵਿੱਚ ਹੁਣ ਸਾਡੀਆਂ ਭੈਣਾਂ ਆਈਲੈਟਸ ਕਰਕੇ ਇੱਥੇ ਆ ਰਹੀਆਂ ਨੇ, ਹੈ ਨਾ, ਬਹੁਤ ਸਾਰੇ ਜਿਹੜੇ ਹੈਗੇ ਵੀਰ ਵੀ ਆ ਰਹੇ ਆ, ਪਰ ਕਿਤੇ ਨਾ ਕਿਤੇ ਇੱਕ ਡਰ, ਸਹਿਮ ਲੋਕਾਂ ਦੇ ਵਿੱਚ ਪਾਇਆ ਜਾ ਰਿਹਾ ਕਿ ਕੁੜੀਆਂ ਨੂੰ ਨਾ ਭੇਜੋ, ਉੱਥੋਂ ਦਾ ਮਾਹੌਲ ਇੱਦਾਂ ਜਾਂ ਕੁਛ ਵੀ। ਤੁਹਾਨੂੰ ਕੀ ਲੱਗਦਾ? ਤੁਸੀਂ ਵੀ ਇੱਕ ਤਰ੍ਹਾਂ ਨਾਲ ਕੁੜੀਆਂ ਨੂੰ ਰਿਪਰੈਜ਼ੈਂਟ ਕਰਦੇ ਹੋ, ਤੁਹਾਡਾ ਕੀ ਵਿਚਾਰ ਹੈ ਇਹਦੇ ਬਾਰੇ 'ਚ? ਦੇਖੋ, ਇਹ ਤਾਂ ਡਿਪੈਂਡ ਕਰਦਾ ਆਪਾਂ ਕਿੱਦਾਂ ਦੀ ਕਮਿਊਨਿਟੀ ਦੇ ਵਿੱਚ ਰਹਿ ਰਹੇ ਹਾਂ, ਆਪਣਾ ਫਰੈਂਡ ਸਰਕਲ ਕਿੱਦਾਂ ਦਾ ਆ। ਠੀਕ ਹੈ, ਬਹੁਤ ਆਪਾਂ ਨੂੰ ਗਲਤ ਲੋਕ ਵੀ ਮਿਲਦੇ ਇੱਥੇ, ਬਹੁਤ ਸਹੀ ਵੀ ਮਿਲਦੇ ਆ। ਡਿਪੈਂਡ ਕਰਦਾ ਆਪਾਂ ਕਿਸ ਬਿਹਾਫ 'ਤੇ ਕਿੱਧਰ ਨੂੰ ਡਾਇਰੈਕਸ਼ਨ ਨੂੰ ਲੈ ਰਹੇ ਹਾਂ। ਜੇ ਗਲਤ ਡਾਇਰੈਕਸ਼ਨ ਦੀ ਗੱਲ ਕਰੀਏ, ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਕੁੜੀਆਂ ਬਹੁਤ ਜ਼ਿਆਦਾ ਗਲਤ ਵੀ ਹੋ ਰਹੀਆਂ ਨੇ, ਹੈ ਨਾ, ਲਿਵਿੰਗ 'ਚ ਰਹਿ ਰਹੀਆਂ ਨੇ, ਜਿਹਦੇ ਕਰਕੇ ਮੈਰਿਜ ਕਰਵਾ ਕੇ ਇੱਥੇ ਆ ਰਹੀਆਂ ਨੇ, ਉਹਨਾਂ ਦੀ 3 ਲਾਈਫ ਖਰਾਬ ਕਰ ਰਹੀਆਂ ਨੇ, ਉਹ ਆਪਣੀ ਵੀ, ਜਿਹਦੇ ਨਾਲ ਰਹਿ ਰਹੀਆਂ ਨੇ, ਜਿਹਦੇ ਨਾਲ ਵਿਆਹ ਕਰਵਾ ਰਹੀਆਂ ਨੇ। ਸੋ ਮੇਰੇ ਅਕੋਰਡਿੰਗ 50-50 ਆ। ਲਾਈਫ ਠੀਕ ਵੀ ਆ, ਲਾਈਫ ਠੀਕ ਨਹੀਂ ਵੀ ਹੈਗੀ। ਸਰਵਾਈਵ ਬਹੁਤ ਕਰਨਾ ਪੈ ਰਿਹਾ ਕੁੜੀਆਂ ਨੂੰ ਜੀ। ਉਹਦੇ ਪਿੱਛੇ ਕੀ ਕਾਰਨ ਸਮਝਦੇ ਹੋ ਤੁਸੀਂ? ਫਰਸਟਲੀ ਆਈ ਥਿੰਕ ਦੇਖਿਆ ਜਾਵੇ ਤਾਂ ਕੰਮ ਨਹੀਂ ਹੈਗਾ। ਠੀਕ ਹੈ, ਕੁੜੀਆਂ ਬਹੁਤ ਗਲਤ ਤਰੀਕੇ 'ਤੇ ਵੀ ਮਤਲਬ ਕੰਮ ਕਰ ਰਹੀਆਂ ਨੇ। ਠੀਕ ਹੈ, ਹਾਂਜੀ, ਜਿੱਦਾਂ ਉਹਨਾਂ ਨੂੰ ਲੱਗਦਾ ਕਿ ਜਸਟ ਇਹ ਇਨਕਮ ਸੋਰਸ ਵਧੀਆ ਆ, ਹੈ ਨਾ, ਅਤੇ ਬਟ ਉਹ ਇਹ ਨਹੀਂ ਸੋਚਦੇ ਇਨ ਫਿਊਚਰ ਉਹਨਾਂ 'ਤੇ ਕੀ ਇਫੈਕਟ ਪਏਗਾ। ਲਾਈਕ ਕਿਉਂਕਿ ਉਹਨਾਂ ਨੂੰ ਲਾਈਫ ਈਜ਼ੀ ਲੱਗਦੀ ਆ ਕਿ ਇੱਦਾਂ ਆਪਾਂ ਲਾਈਕ ਆਪਣੇ ਫੰਡ ਰੇਜ਼ ਕਰ ਸਕਦੇ ਹਾਂ, ਆਪਾਂ ਪੈਸੇ ਕਮਾ ਸਕਦੇ ਹਾਂ, ਬਟ ਇਨ ਫਿਊਚਰ ਉਹਨਾਂ ਨੂੰ ਬਹੁਤ ਕੰਪਲੀਕੇਸ਼ਨਸ ਆਉਣਗੀਆਂ। ਮੇ ਬੀ ਉਹਨਾਂ ਦੀ ਮੈਰਿਡ ਲਾਈਫ ਜੋ ਇਨ ਫਿਊਚਰ ਆ ਰਹੀ ਆ ਉਹ ਵੀ ਇਫੈਕਟਡ ਹੋਊਗੀ, ਕਿਉਂਕਿ ਇੱਥੇ ਸੋਸ਼ਲ ਮੀਡੀਆ ਇੰਨਾ ਕੁ ਜ਼ਿਆਦਾ ਵੱਧ ਚੁੱਕਿਆ ਨਾ ਕਿ ਕੋਈ ਵੀ ਕਿਸੇ ਨੂੰ ਆਪਾਂ ਕਦੋਂ ਵੀ ਨੋਟ ਆਊਟ ਕਰ ਸਕਦੇ ਹਾਂ, ਕਿਸੇ ਬਾਰੇ ਕਦੋਂ ਵੀ ਇਨਫੋਰਮੇਸ਼ਨ ਕਢਵਾ ਸਕਦੇ ਹਾਂ, ਬਟ ਆਪਾਂ ਉਹ ਚੀਜ਼ ਸੋਚਦੇ ਹੀ ਨਹੀਂ। ਬਿਲਕੁਲ। ਪਰ ਕਿਤੇ ਨਾ ਕਿਤੇ ਜਿਵੇਂ ਕਹਿੰਦੇ ਹੁੰਦੇ ਆ 5 ਫਿੰਗਰਸ ਆ, 5 ਉਂਗਲਾਂ ਸੇਮ ਨਹੀਂ ਹੁੰਦੀਆਂ। ਬਹੁਤ ਮਿਹਨਤੀ ਕੁੜੀਆਂ ਵੀ ਨੇ ਜਿਹੜੀਆਂ ਡਬਲ ਸ਼ਿਫਟਾਂ ਲਾ ਕੇ ਆਪਣੇ ਮਾਂ-ਬਾਪ ਦੀ ਮਦਦ ਵੀ ਕਰਦੀਆਂ ਨੇ। ਅਤੇ ਕਿਉਂਕਿ ਉੱਥੇ ਪੰਜਾਬ 'ਚ ਤਾਂ ਸਾਨੂੰ ਸਕੂਲ ਵੀ ਪੇਰੈਂਟਸ ਛੱਡਣ ਜਾਂਦੇ ਸੀ, ਹੈ ਨਾ, ਸੋ ਇੱਥੇ ਆ ਕੇ ਇੱਕ ਲਿਬਰਟੀ ਵੀ ਮਿਲ ਜਾਂਦੀ। ਤੁਹਾਡਾ ਕੀ ਵਿਚਾਰ ਹੈ ਜੀ? ਮੈਂ ਅਗਰ ਜਿਸ ਟਾਈਪ ਦੀ ਫੈਮਿਲੀ ਤੋਂ ਮੈਂ ਬਿਲੋਂਗ ਕਰਦੀ ਹਾਂ, ਮੈਂ ਨੋ ਡਾਊਟ ਮੇਰੇ ਪੇਰੈਂਟਸ ਬਹੁਤ ਜ਼ਿਆਦਾ ਸਪੋਰਟਿਵ ਨੇ। ਇਨ ਕੇਸ ਮੈਂ ਕਹਾਂ ਕਿ ਮੇਰੇ ਪੇਰੈਂਟਸ ਨੇ ਮੈਨੂੰ ਇਕੱਲੇ ਨੂੰ ਭੇਜਿਆ ਇਸ ਟਾਈਮ ਦੇ ਵਿੱਚ, ਜਦੋਂ ਇਕੱਲੀ ਨੂੰ ਭੇਜਦੇ ਨੇ, ਕੁੜੀਆਂ ਨੂੰ ਅਲਾਊਡ ਨਹੀਂ ਹੈਗਾ। ਮੇ ਵੀ ਸਮ ਟਾਈਮ ਕਿਤੇ ਪੇਰੈਂਟਸ ਸੋਚ ਜਾਂਦੇ ਵੀ ਮੈਰਿਜ ਕਰਾ ਕੇ ਭੇਜਦੇ, ਬੱਚੇ ਬਦਲ ਨਾ ਜਾਣ। ਸਟਿਲ ਮੈਂ ਆਪਣੇ ਪੇਰੈਂਟਸ ਦੀ ਥੈਂਕਫੁਲ ਹਾਂ ਕਿ ਉਹਨਾਂ ਨੇ ਮੇਰੇ 'ਤੇ ਵਿਸ਼ਵਾਸ ਕੀਤਾ। ਤਾਂ ਸੈਕਿੰਡ ਥਿੰਗ ਮੈਂ ਇਹ ਕਹਿਣਾ ਚਾਹੁੰਦੀ ਹਾਂ ਪੇਰੈਂਟਸ ਨੂੰ ਕਿ ਆਪਣੇ ਬੱਚਿਆਂ ਦੀ ਮੈਂਟੈਲਿਟੀ ਆ ਅਤੇ ਉਹਨਾਂ ਨੂੰ ਸੈਲਫ ਡਿਪੈਂਡ ਇੰਨਾ ਕਿ ਬਣਾਉਣ ਕਿ ਇੱਥੇ ਆ ਕੇ ਸਰਵਾਈਵ ਕਰ ਸਕਣ ਈਜ਼ੀਲੀ। ਜੋ ਚੀਜ਼ਾਂ ਕਿ ਕੁੜੀਆਂ ਡਿਪਰੈਸ਼ਨ 'ਚ ਜਾ ਰਹੀਆਂ ਨੇ, ਈਵਨ ਸਟੂਡੈਂਟ ਡਿਪਰੈਸ਼ਨ 'ਚ ਆ ਰਹੇ ਆ। ਮੈਂ ਨਹੀਂ ਕਹਿੰਦੀ ਵੀ ਇੱਕ ਜੈਂਡਰ ਜਾ ਰਿਹਾ, ਦੋਨੋਂ ਜੈਂਡਰ ਜਾ ਰਹੇ ਨੇ, ਕਿਤੇ ਨਾ ਕਿਤੇ ਅਫੈਕਟ ਹੋ ਰਿਹਾ, ਬਿਕੋਜ਼ ਬੱਚਿਆਂ ਨੂੰ ਕੰਮ ਨਹੀਂ ਮਿਲ ਰਿਹਾ ਗਾ, ਹੋਮ ਸਿਕਨੈਸ ਹੈ, ਬਹੁਤ ਜ਼ਿਆਦਾ ਰੀਜ਼ਨ ਨੇ। ਤਾਂ ਮੇਰੇ ਅਕੋਰਡਿੰਗ ਇਹ ਹੈ ਕਿ ਸਭ ਤੋਂ ਪਹਿਲਾਂ ਜੋ ਪੇਰੈਂਟਸ ਨੂੰ ਹੈਗਾ ਆਪਣੇ ਬੱਚਿਆਂ ਨੂੰ ਥੋੜ੍ਹਾ ਜਿਹਾ ਇੰਨਾ ਕੁ ਜ਼ਿਆਦਾ ਮੈਂਟਲੀ
ਸਟੇਬਲ ਬਣਾਓ ਕਿ ਉਹ ਇੱਥੇ ਆ ਕੇ ਸਰਵਾਈਵ ਕਰ ਸਕਣ, ਕਿਉਂਕਿ ਆਪਾਂ ਇੱਕ ਦੇਸ਼ ਛੱਡ ਕੇ ਦੂਸਰੇ ਬੇਗਾਨੇ ਮੁਲਕ 'ਚ ਜਾ ਰਹੇ ਹਾਂ ਕਿ ਜਿੱਥੇ ਕਿ ਆਪਣਾ ਕੋਈ ਨਹੀਂ। ਈਵਨ ਕਿ ਅਗਰ ਆਪਾਂ ਨੂੰ ਪੇਰੈਂਟਸ ਇਸ ਭਰੋਸੇ ਭੇਜ ਦਿੰਦੇ ਆ ਕਿ ਸ਼ਾਇਦ ਸਾਡੇ ਉੱਥੇ ਰਿਸ਼ਤੇਦਾਰ ਬੈਠੇ ਹੈਗੇ, ਬਟ ਇੱਥੇ ਆਪਾਂ ਅਗਰ ਸੋਚੀਏ ਕਿ ਆਪਾਂ ਅਲੋਨ ਆ ਗਏ ਤਾਂ ਆਪਾਂ ਨੂੰ ਅਲੋਨ ਨੂੰ ਹੀ ਸਰਵਾਈਵ ਕਰਨਾ ਪਏਗਾ। ਸੈਕੰਡਲੀ ਥਿੰਗ, ਅਗਰ ਆਪਾਂ ਫਾਈਨੈਂਸ਼ੀਅਲੀ ਉੱਥੇ ਸਟੇਬਲ ਹੈਗੇ ਹਾਂ ਦੈਨ ਆਪਣੇ ਬੱਚਿਆਂ ਨੂੰ ਇੱਥੇ ਭੇਜੋ, ਅਦਰਵਾਈਜ਼ ਨਹੀਂ। ਤੇ ਥਰਡ ਥਿੰਗ ਇਹ ਹੈ ਕਿ ਇੱਥੋਂ ਦੀ ਗਵਰਨਮੈਂਟ ਨੂੰ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਕਿਤੇ ਨਾ ਕਿਤੇ ਉਹਨਾਂ ਨੂੰ ਵੀ ਇਹ ਸਮਝਣਾ ਚਾਹੀਦਾ ਹੈ ਕਿ ਜੋ ਬੱਚੇ ਇੰਟਰਨੈਸ਼ਨਲ ਸਟੂਡੈਂਟਸ ਇੱਥੇ ਆ ਰਹੇ ਆ, ਜਾਂ ਤਾਂ ਉਹਨਾਂ ਦੀਆਂ ਕਿਤੇ ਨਾ ਕਿਤੇ ਫੀਸਾਂ ਘੱਟ ਕਰਨ ਜਾਂ ਉਹਨਾਂ ਨੂੰ ਇਨਕਮ ਸੋਰਸ ਪ੍ਰੋਵਾਈਡ ਕਰਨ, ਤਾਂ ਕਿ ਜੋ ਕੁੜੀਆਂ ਨੇ ਜਾਂ ਮੁੰਡੇ ਨੇ ਕਿਸੇ ਵੀ ਗਲਤ ਰਾਹ 'ਤੇ ਪੈ ਰਹੇ ਆ ਉਹ ਪੈਣ ਨਾ। ਬਿਕੋਜ਼ ਫਸਟ ਥਿੰਗ ਕਿ ਮਨੀ ਵਿਦਾਊਟ ਅਸੀਂ ਸਰਵਾਈਵ ਨਹੀਂ ਕਰ ਸਕਦੇ। ਜੀ ਜੀ, ਬਹੁਤ ਸੋਹਣੀ ਗੱਲ ਕੀਤੀ ਜੀ, ਥੈਂਕ ਯੂ ਸੋ ਮਚ। ਕਿਉਂਕਿ ਇਹ ਭੈਣਾਂ ਵੀ ਹੁਣੇ ਕੰਮ ਤੋਂ ਆਈਆਂ ਨੇ, ਇਸ ਕਰਕੇ ਇਹਨਾਂ ਦੇ ਵਿਚਾਰ ਲੈਣੇ ਜ਼ਰੂਰੀ ਸੀ, ਕਿਉਂਕਿ ਬਹੁਤ ਮਿਹਨਤੀ ਕੁੜੀਆਂ ਵੀ ਨੇ ਜਿਹੜੀਆਂ ਮਿਹਨਤ ਕਰਕੇ ਡਬਲ ਸ਼ਿਫਟਾਂ ਲਾ ਕੇ ਆਪਣੀ ਪੜ੍ਹਾਈ ਵੀ ਪੂਰੀ ਕਰ ਰਹੀਆਂ ਨੇ ਤੇ ਆਪਣੇ ਮਾਪਿਆਂ ਨੂੰ ਵੀ ਹੈਲਪ ਕਰ ਰਹੀਆਂ ਨੇ। ਥੈਂਕ ਯੂ ਜੀ, ਥੈਂਕ ਯੂ ਸੋ ਮਚ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੁਸੀਂ ਕੈਨੇਡਾ ਕਦੋਂ ਆਏ ਹੋ ਜੀ? ਮੈਂ ਮਈ ਇਨਟੇਕ 'ਚ ਆਈ ਸੀ ਜੀ। ਕੰਮ ਤੁਹਾਨੂੰ ਮਿਲ ਗਿਆ? ਹਾਂਜੀ, ਫਿਲਹਾਲ ਤਾਂ ਮੈਨੂੰ मिल गया बट बहुत मुश्किल ना मिले। जी, ਤੁਹਾਨੂੰ ਕੰਮ ਮਿਲ ਗਿਆ ਜੀ? जी नहीं, मेरे को काम अभी नहीं मिला है और मैं 3 महीने से यहाँ आई हुई हूँ, 3 महीने से काम ढूंढ रही हूँ पर कोई काम नहीं मिल रहा है। ਜੀ। ਸੋ ਕੰਮ ਨਹੀਂ ਮਿਲਦਾ ਜੇ ਇਸ ਧਰਤੀ ਦੇ ਉੱਤੇ ਤਾਂ ਲਿਵਿੰਗ ਐਕਸਪੈਂਸ ਕੱਢਣੇ ਬਹੁਤ ਔਖੇ ਆ, ਫੀਸਾਂ ਕੱਢਣੀਆਂ ਬਹੁਤ ਔਖੀਆਂ। ਸੋ ਤੁਸੀਂ ਕੀ ਕਹਿਣਾ ਚਾਹੋਗੇ ਜਿਹੜੇ ਨਵੇਂ ਨੈਕਸਟ ਇਨਟੇਕ ਚ ਆਉਣਾ ਚਾਹੁੰਦੇ? एक्सपेंसेस बहुत ज़्यादा हैं और फिर जीआईसी भी कम पड़ती है एक्सपेंस के देखते सही, तो बहुत मेंटली प्रिपेयर रहना पड़ता है कि कभी हम कुछ भी कमी पड़ रही है तो उसमें हमको चलाना पड़ रहा है, सब कुछ गो थ्रू करना पड़ रहा है, इसलिए मेंटली प्रिपेयर होकर ही रहना पड़ेगा। ਜੀ, ਕਿਉਂਕਿ ਇੱਕ ਪੰਜਾਬ ਦੇ ਵਿੱਚ ਮਾਪਿਆਂ ਦੇ ਵਿੱਚ ਵੀ ਖੌਫ ਡਰ ਸਹਿਮ ਬੈਠਾ ਹੋਇਆ ਕਿ ਉੱਥੇ ਬੱਚੀਆਂ ਜਿਹੜੀਆਂ ਨਵੀਆਂ ਅਸੀਂ ਆਈਲੈਟਸ ਕਰਵਾ ਕੇ ਭੇਜ ਰਹੇ ਹਾਂ ਸੇਫ ਨਹੀਂ ਹੈਗੀਆਂ ਜਾਂ ਕੁਝ ਬਦਲ ਜਾਂਦੀਆਂ ਨੇ ਉੱਥੇ ਜਾ ਕੇ। ਤੁਸੀਂ ਕੀ ਦੇਖਦੇ ਹੋ, ਗਰਾਊਂਡ ਰਿਐਲਿਟੀ ਕੀ है ऐसा माहौल काफ़ी बन गया है जो जिसमें डर डर के रहना पड़ता है। मैं खुद डर के आती जाती हूँ कि कुछ गलत ना हो मेरे साथ, पर ये हमारे ऊपर भी डिपेंड करता है कि हम जितना इन्वॉल्व ना हो किसी के साथ तो हमारे साथ कुछ ख़राब नहीं होगा, तो उस हिसाब से हम पर डिपेंड करता है। ਨਹੀਂ, ਬਿਲਕੁਲ ਤੁਸੀਂ ਗੱਲ ਸਹੀ ਕੀਤੀ ਹੈ ਕਿ ਇਹ ਸਾਡੇ ਆਪਣੇ ਤੇ ਡਿਪੈਂਡ ਕਰਦਾ, ਕਿਉਂਕਿ 99% ਕੁੜੀਆਂ ਤਾਂ ਬਹੁਤ ਮਿਹਨਤੀ ਨੇ, ਪਰ ਫਿਰ ਵੀ ਜਿਹੜੇ ਕੁਛ ਡਰ ਇਸ ਤਰ੍ਹਾਂ ਕਿ ਇਨਫਲੇਸ਼ਨ ਵੱਧ ਗਿਆ ਜਾਂ ਕੁਛ ਬੱਚੀਆਂ ਨੂੰ ਉੱਧਰ ਜਾ ਕੇ ਕੀ ਉਹ ਇਹੋ ਜਿਹਾ ਕੋਈ ਮਾਹੌਲ ਹੈਗਾ ਗਾ, ਜਾਂ ਤੁਹਾਨੂੰ ਲੱਗਦਾ ਕਿ ਨਹੀਂ ਇਹ ਫੇਕ ਆ, ਸਿਰਫ ਕੰਮ ਦੀ ਹੋਈ ਦਿੱਕਤ ਆ? आई थिंक है ऐसा, क्योंकि मैंने खुद मेरे फ्रेंड्स और वगैरह में सुना है कि ऐसा उनके साथ हुआ है, कोई आके खड़ा हो गया है और पूछा है कि मतलब काम चाहिए ऐसा करके। मेरे हिसाब से ऐसा माहौल है, पर हमको उससे दूर रहना चाहिए अगर हम अपनी भलाई चाहते हैं, तो ये हमारे ऊपर ही डिपेंड करता है। ਹਾਂ ਕਿ ਕੰਮ ਦੇ ਨਾਮ ਤੇ ਕੋਈ ਐਕਸਪਲੋਇਟੇਸ਼ਨ ਨਾ ਹੋਵੇ। हाँ, कोई एक्सप्लॉइट ना कर पाए हमको, तो ये हमारे ऊपर डिपेंड करता है। ਸੋ ਜਿਹੜੇ ਨਵੇਂ ਨੈਕਸਟ ਸਮੈਸਟਰ 'ਚ ਆ ਰਹੇ ਆ ਉਹਨਾਂ ਨੂੰ ਤੁਸੀਂ ਕੀ ਕਹੋਗੇ, ਜਿਹੜੀਆਂ ਬੱਚੀਆਂ ਆ ਰਹੀਆਂ ਨੇ ਛੋਟੀਆਂ ਭੈਣਾਂ, ਕਿ ਉਹ ਕਿਸ ਤਰ੍ਹਾਂ ਮੈਂਟਲੀ ਪ੍ਰਿਪੇਅਰ ਹੋ ਕੇ ਆਉਣ? मेरे हिसाब से उनको पता होना चाहिए कि यहाँ इतना स्ट्रगल करना पड़ेगा और 2-2 3-3 महीने हम जॉबलेस रहेंगे, ऐसा चलेगा ही, तो फिर उस हिसाब से वो मेंटली प्रिपेयर रहें कि ऐसा ना सोचें यहाँ आते ही हमको जॉब लग जाएगी। क्योंकि हम जब आए तो हमको ऐसा था कि आते ही भले 1 महीना लगेगा लेकिन जॉब हो जाएगी, पर अब तो 3-3 महीने हो गए और जॉब ही नहीं है, तो उस हिसाब से ऐसा होता है कि मेंटली प्रिपेयर होकर ही आना चाहिए कि 3-4 महीने तो जॉब नहीं भी होगी तो फिर हम कर लेंगे। ਸੋ ਪੇਰੈਂਟਸ ਨੂੰ ਵੀ ਮੈਂਟਲੀ ਪ੍ਰਿਪੇਅਰ ਹੋਣ ਦੀ ਲੋੜ ਆ ਕਿ ਜੇ ਬੱਚੇ ਤੋਂ ਨਹੀਂ ਜੌਬ ਮਿਲ ਰਹੀ ਤਾਂ ਫੰਡਸ ਉਹ ਖੁਦ ਭੇਜ ਸਕਣ। हाँ, उतना मतलब इकोनॉमिकली भी हमको इतना टाइट होना चाहिए कि हम कर सकते हैं अपने बच्चों के लिए, क्योंकि वहाँ से वो बच्चे तो भेज देते हैं, फिर बच्चों को यहाँ पे स्ट्रगल करना पड़ता है। एग्जैक्टली वो भी परेशान होते हैं, पर यहाँ पे हम ज़्यादा परेशान हो रहे होते हैं क्योंकि हमारे साथ तो वो हो रहा होता है चीज़। ਬਿਲਕੁਲ, ਕਿਉਂਕਿ ਪੇਰੈਂਟਸ ਇੱਥੇ ਭੇਜਦੇ ਨੇ ਪਰ ਇੱਥੇ ਬੱਚਿਆਂ ਦੇ ਆਪਣੇ ਚੈਲੰਜ ਨੇ, ਰੋਡ ਸਿਸਟਮ ਡਿਫਰੈਂਟ ਆ, ਤੁਸੀਂ ਕੰਮਾਂ ਤੇ ਜਾਣਾ, ਕੋਈ ਆਟੋ ਜਾਂ ਰਿਕਸ਼ਾ ਤੁਸੀਂ ਨਹੀਂ ਲੈ ਸਕਦੇ। ਸੋ ਬੱਸ ਦੇ ਵਿੱਚ ਤੁਸੀਂ ਟਰੈਵਲ ਕਰਦੇ ਹੋ, ਬੱਸ ਦੇ ਵਿੱਚ ਸਭ ਤੁਹਾਨੂੰ ਸੇਫ ਲੱਗਦਾ? बस में भी कई बार ऐसे सिचुएशंस हो जाते हैं जिसमें डर लगता है, पर ऐसा कभी हुआ नहीं है, पर कई सारे सिचुएशंस ऐसे सुने हैं कि कभी किसी के साथ। और बस का सिस्टम तो यहाँ बहुत ही ख़राब है, कभी लेट आती है कभी जल्दी आती है, उसकी वजह से हमको भागना पड़ता है और बसें छूट जाती हैं, 15-15 20-20 मिनट तक चल के जाना पड़ता है अगर, क्योंकि क्लासेस होते हैं। ऐसा सब माहौल है यहाँ का। ਤੁਸੀਂ ਕੋਈ ਸਕਿੱਲ ਸਿੱਖ ਕੇ ਆਏ ਹੋ? जी नहीं, ਨੈਕਸਟ ਜਿਹੜੇ ਆ ਰਹੇ ਆ ਉਹਨਾਂ ਨੂੰ ਤੁਸੀਂ ਕੁਝ ਕਹਿਣਾ ਚਾਹੋਗੇ? मेरे हिसाब से कोई छोटी मोटी स्किल्स उन लोग को सीख के आनी चाहिए जो कि यहाँ पे उनकी
अर्निंग हो, साइड अर्निंग हो जाए, जॉब मिले या ना मिले लेकिन छोटी मोटी अर्निंग हो जाए उनकी। ਥੈਂਕ ਯੂ ਸੋ ਮਚ ਜੀ, ਥੈਂਕ ਯੂ। ਹਾਂਜੀ, ਤੁਸੀਂ ਕੈਨੇਡਾ ਕਦੋਂ ਆਏ ਹੋ ਜੀ? ਮੈਂ ਜੀ ਜਨਵਰੀ ਇੰਟੇਕ 'ਚ ਆਇਆ। ਤੁਹਾਨੂੰ ਕੰਮ ਮਿਲ ਗਿਆ ਜੀ? ਹਾਂਜੀ ਮੈਨੂੰ ਮਿਲ ਗਿਆ ਸੀ। ਜੀ, ਜਿਹੜੇ ਨਵੇਂ ਸਾਡੇ ਭੈਣ ਭਰਾ ਆ ਰਹੇ ਆ, ਕਈ ਮਤਲਬ ਇੱਕ ਡਰ ਪੰਜਾਬ ਦੇ ਵਿੱਚ ਹੈਗਾ ਕਿ ਕੁੜੀਆਂ ਨੂੰ ਅਸੀਂ ਆਈਲੈਟਸ ਕਰਾ ਕੇ ਭੇਜ ਰਹੇ ਹਾਂ, ਮਾਹੌਲ ਉੱਥੇ ਠੀਕ ਨਹੀਂ ਹੈ ਜਾਂ ਕੀ ਆ, ਤੁਹਾਨੂੰ ਕੀ ਲੱਗਦਾ ਗਰਾਊਂਡ ਰਿਐਲਿਟੀ ਕੀ ਹੈ? ਗਰਾਊਂਡ ਰਿਐਲਿਟੀ ਬਸ ਇਹ ਆ ਕਿ ਕੰਮ ਲੱਭਣਾ ਔਖਾ, ਉੱਦਾਂ ਨਹੀਂ ਇੰਨਾ ਕੋਈ ਹੈਗਾ, ਕਿਉਂਕਿ ਇੱਥੇ ਕੁਝ ਨਹੀਂ ਹੈਗਾ ਇੱਦਾਂ। ਮੈਂ ਵੀ ਬਰੈਂਪਟਨ 'ਚ ਰਹਿ ਰਿਹਾ, ਇੰਨਾ ਕੋਈ ਹੈ ਤਾਂ ਹੈ ਨਹੀਂ ਇੱਦਾਂ ਨਾ, ਬਸ ਕਦੇ ਵੀਕਐਂਡ ਤੇ ਮਾੜੀ ਮੋਟੀ ਖੱਪ ਪੈਂਦੀ ਹੁੰਦੀ, ਉੱਦਾਂ ਨਹੀਂ ਇੰਨਾ ਮੈਨੂੰ ਕੋਈ ਲੱਗਾ। ਸੋ ਵੈਸੇ ਹੀ ਡਰ ਬਣਾ ਕੇ ਪੇਸ਼ ਕੀਤਾ ਜਾ ਰਿਹਾ। ਹਾਂਜੀ ਹਾਂਜੀ, ਮੇਰੇ ਹਿਸਾਬ ਨਾਲ ਤਾਂ ਇੱਦਾਂ ਹੀ ਆ। ਸੋ ਕੰਮ ਤੁਹਾਨੂੰ ਮਤਲਬ ਕੰਮ ਈਜ਼ੀਲੀ ਮਿਲ ਰਿਹਾ ਜਿਹੜੇ ਨਵੇਂ ਆ ਰਹੇ ਆ? ਈਜ਼ੀਲੀ ਤਾਂ ਨਹੀਂ ਮਿਲ ਰਿਹਾ ਜੀ, ਮੇਰੇ ਨਾਲ ਦੇ ਕਈਆਂ ਨੂੰ 6-6 ਮਹੀਨੇ ਹੋ ਗਏ ਆਏ ਨੂੰ, ਵਿਚਾਰਿਆਂ ਨੇ ਇੱਕ ਦਿਹਾੜੀ ਦੀ ਹਾਲ ਤੱਕ ਲਾ ਕੇ ਦੇਖੀ। ਤਾਂ ਮੇਰੀ ਤਾਂ ਭੈਣ ਸੀਗੀ ਇੱਕ ਸੁਪਰਵਾਈਜ਼ਰ, ਤਾਂ ਉਹਨੇ ਮੈਨੂੰ ਲਵਾਤਾ ਸੀਗਾ, ਬਾਕੀ ਹੋਰ ਉਹ ਲੱਭਦਾ ਨਹੀਂ ਪਿਆ ਕੰਮ ਕਈਆਂ ਨੂੰ। ਜੀ, ਜਿਹੜੀਆਂ ਸਾਡੀਆਂ ਛੋਟੀਆਂ ਭੈਣਾਂ ਆ ਰਹੀਆਂ ਉਹਨਾਂ ਨੂੰ ਤੁਸੀਂ ਕੀ ਸੁਜੈਸ਼ਨ ਦੇਣਾ ਚਾਹੋਗੇ ਵੀ ਕੋਈ ਸਕਿੱਲ ਸਿੱਖ ਕੇ ਆਉਣ, ਕੀ ਕਹਿਣਾ ਚਾਹੋਗੇ? ਹਾਂ, ਸਕਿੱਲ ਸਿੱਖ ਕੇ ਆਉਣ ਦਾ ਵਧੀਆ, ਨਹੀਂ ਤਾਂ ਇੱਥੇ ਆ ਕੇ ਦਿਹਾੜੀਆਂ ਕਰਨੀਆਂ ਤਾਂ ਬਹੁਤ ਔਖੀਆਂ, ਲੱਭਦਾ ਨਹੀਂ ਕੰਮ, ਨਹੀਂ ਲੱਭਦਾ ਦਿਹਾੜੀਆਂ ਵਾਲੇ ਨੂੰ। ਸਕਿੱਲ ਵਾਲੇ ਨੂੰ ਤਾਂ ਮਿਲੇ ਜਾਂਦਾ ਬੜਾ ਮੋਟਾ ਕੰਮ ਕਿਤੇ ਨਾ ਕਿਤੇ। ਜੀ, ਫਿਰ ਜੇ ਕੰਮ ਨਹੀਂ ਮਿਲਦਾ ਤਾਂ ਪੇਰੈਂਟਸ ਨੂੰ ਤੁਸੀਂ ਗਰਾਊਂਡ ਰਿਐਲਿਟੀ ਬਾਰੇ ਕੀ ਕਹਿਣਾ ਚਾਹੋਗੇ ਕਿ ਮਤਲਬ ਤੁਸੀਂ ਪਿੱਛੋਂ ਵੀ ਮਨੀ ਭੇਜ ਸਕਦੇ ਹੋ ਤਾਂ ਭੇਜੋ? ਹਾਂ, ਇਹੀ ਆ ਕਿ ਜੇ ਫੀਸ ਅਗਲੀ ਕੱਢ ਸਕਦੇ ਆ ਤਾਂ ਹੀ ਭੇਜੋ, ਕਿਉਂਕਿ ਇੱਥੇ ਆ ਕੇ ਕਈ ਜਣੇ ਇੱਦਾਂ ਦੇ ਆ GIC ਨਾਲ ਹੀ ਆਪਣਾ ਗੁਜ਼ਾਰਾ ਕਰ ਰਹੇ ਆ, ਕੰਮ ਨਹੀਂ ਮਿਲ ਰਿਹਾ। ਸੋ ਤੁਸੀਂ ਕੋਈ ਸੁਜੈਸ਼ਨ ਦੇਣਾ ਚਾਹੋ ਜਿਹੜੇ ਨਵੇਂ ਇਨਟੇਕ ਚ ਆ ਰਹੇ ਹੋ? ਨਾ, ਸੁਜੈਸ਼ਨ ਤਾਂ ਕੋਈ ਨਹੀਂ, ਬਸ ਜਿਗਰਾ ਰੱਖਿਓ, ਹੋਰ ਤਾਂ ਕੁਝ ਨਹੀਂ। ਥੈਂਕ ਯੂ ਸੋ ਮਚ। ਥੈਂਕ ਯੂ ਜੀ।